ਨੈਕਸਟ ਟੌਪਿਕ ਆਪਾਂ ਸਟਾਰਟ ਕਰਨ ਲੱਗੇ ਹਾਂ ਆਰਟੀਫਿਸ਼ੀਅਲ ਪੋਲੀਨੇਸ਼ਨ। ਆਪਾਂ ਕੀ ਪੜ੍ਹਿਆ ਸੀ? ਇਸ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਪੋਲੀਨੇਸ਼ਨ ਬਾਰੇ। ਪੋਲੀਨੇਸ਼ਨ ਵਿੱਚ ਆਪਾਂ ਇਹ ਪੜ੍ਹਿਆ ਸੀਗਾ ਕਿ ਜਿਹੜਾ ਵੀ ਮਤਲਬ ਪੋਲਨ ਗ੍ਰੇਨਸ ਹੈ ਉਹ ਐਂਥਰ ਤੋਂ ਲੈ ਕੇ ਸਟਿਗਮਾ ਤੱਕ ਮੂਵ ਕਰਦੇ ਹੈ। ਮੂਵ ਕਿਵੇਂ ਕਰਦੇ ਹੈ? ਜਾਂ ਤਾਂ ਬਾਈ ਵਿੰਡ, ਵਾਟਰ, ਏਅਰ, ਇਨਸੈਕਟਸ, ਕਿਵੇਂ ਮਰਜ਼ੀ ਮੂਵ ਕਰ ਸਕਦੇ ਆ, ਠੀਕ ਹੈ। ਅਤੇ ਉਹਦੇ ਕਰਕੇ ਕੀ ਹੈ, ਪੋਲੀਨੇਸ਼ਨ ਕਰਕੇ ਜਿਹੜਾ ਪਲਾਂਟ ਗਰੋ ਕਰਦਾ ਹੈ। ਕਲੀਅਰ? ਇਹ ਪੋਲੀਨੇਸ਼ਨ ਕੀ ਹੈ? ਆਪਾਂ ਪੜ੍ਹਿਆ ਸੀ ਸੈਲਫ ਪੋਲੀਨੇਸ਼ਨ ਹੋ ਸਕਦੀ ਹੈ, ਕ੍ਰਾਸ ਪੋਲੀਨੇਸ਼ਨ ਹੁੰਦੀ ਹੈ। ਇਹ ਨੈਚੁਰਲੀ ਅਕਰਿੰਗ ਪ੍ਰੋਸੈਸ ਸੀਗਾ। ਬਟ ਹੁਣ ਆਪਾਂ ਇਹ ਪੜ੍ਹਨਾ ਹੈ ਕਿ ਫੋਰ ਐਗਜ਼ਾਮਪਲ ਆਪਾਂ ਕੋਈ ਵੀ ਪਲਾਂਟ ਨੂੰ ਗਰੋ ਕਰਨਾ ਹੈ ਆਪਦੀ ਮਰਜ਼ੀ ਦਾ, ਠੀਕ ਹੈ। ਜਿਵੇਂ ਫਾਰਮਰਸ ਕਰਦੇ ਕਿ ਆਪਦੀ ਮਰਜ਼ੀ ਦਾ ਪਲਾਂਟ ਗਰੋ ਕਰਨਾ ਉਹਨਾਂ ਨੇ, ਮੰਨ ਲਓ ਮੈਂਗੋ ਕਰਨਾ, ਰੋਜ਼ ਕਰਨਾ, ਜੋ ਮਰਜ਼ੀ ਕਰਨਾ। ਹੁਣ ਉਹਦੇ ਵਿੱਚ ਵੇਟ ਥੋੜ੍ਹੀ ਕਰਾਂਗੇ ਕਿ ਕਦੋਂ ਇਨਸੈਕਟ ਆਊਗਾ, ਕਦੋਂ ਉਹਨੂੰ ਪੋਲਨ ਗ੍ਰੇਨਸ ਨੂੰ ਕੀ ਹੈ ਐਂਥਰ ਤੋਂ ਲੈ ਕੇ ਸਟਿਗਮਾ ਤੱਕ ਮੂਵ ਕਰਵਾਊਗਾ। ਇਹ ਆਪਾਂ ਵੇਟ ਨਹੀਂ ਕਰ ਸਕਦੇ ਇੰਨਾ ਕੁਛ, ਤਾਂ ਕਿਉਂਕਿ ਅੱਜ ਕੱਲ੍ਹ ਕੀ ਡਿਮਾਂਡ ਵੱਧ ਰਹੀ ਹੈ ਲੋਕਾਂ ਦੀ। ਜਿਵੇਂ ਜਿਵੇਂ ਪਾਪੂਲੇਸ਼ਨ ਵੱਧ ਰਹੀ ਹੈ, ਪਾਪੂਲੇਸ਼ਨ ਵਧਣ ਨਾਲ ਲੋਕਾਂ ਦੀ ਖਾਣ ਪੀਣ ਦੀ ਡਿਮਾਂਡ ਵੱਧ ਰਹੀ ਹੈ। ਖਾਣ ਪੀਣ ਦੀ ਡਿਮਾਂਡ ਵਧਣ ਨਾਲ ਉਹਨਾਂ ਨੂੰ ਕੀ ਹੈ ਵੀ ਨਾਲ ਫਰੂਟਸ ਵਗੈਰਾ ਜਾਂ ਫੂਡ ਵਗੈਰਾ ਉਨਾ ਹੀ ਜ਼ਿਆਦਾ ਗਰੋ ਕਰਨਾ ਪੈਂਦਾ। ਤਾਂ ਉਹ ਚੀਜ਼ ਗਰੋ ਕਰਨ ਲਈ ਫਾਰਮਰਸ ਨੇ ਕੀ ਹੁਣ ਨਵੀਂ ਟੈਕਨੀਕ ਯੂਜ਼ ਕੀਤੀ ਹੋਈ ਹੈ, ਆਰਟੀਫਿਸ਼ੀਅਲ ਪੋਲੀਨੇਸ਼ਨ, ਠੀਕ ਹੈ। ਆਰਟੀਫਿਸ਼ੀਅਲ ਪੋਲੀਨੇਸ਼ਨ ਜਿਹੜੀ ਪੋਸੀਬਲ ਹੋ ਪਾਈ ਹੈ ਕਿਹੜੇ ਪ੍ਰੋਸੈਸ ਕਰਕੇ? ਹਾਈਬ੍ਰਿਡਾਈਜੇਸ਼ਨ ਪ੍ਰੋਸੈਸ। ਹਾਈਬ੍ਰਿਡਾਈਜੇਸ਼ਨ ਵਿੱਚ ਕੀ ਹੁੰਦਾ, ਧਿਆਨ ਨਾਲ ਦੇਖੋ। ਹਾਈਬ੍ਰਿਡਾਈਜੇਸ਼ਨ 'ਚ ਕੀ ਹੁੰਦਾ, ਇੱਕ ਪਲਾਂਟ ਲੈ ਲਿੱਤਾ ਜਾਂਦਾ ਹੈ, ਕੋਈ ਵੀ ਇੱਕ ਪਲਾਂਟ ਲਿੱਤਾ ਹੈ, ਪਲਾਂਟ ਨੂੰ ਸਿਲੈਕਟ ਕਰ ਲਿਆ ਆਪਾਂ, ਠੀਕ ਹੈ। ਅਗਰ ਤਾਂ ਉਹ ਇਨ ਕੇਸ ਆਫ ਬਾਈਸੈਕਸ਼ੁਅਲ ਫਲਾਵਰ ਹੈ, ਬਾਈਸੈਕਸ਼ੁਅਲ ਫਲਾਵਰ ਆਪਾਂ ਕੋਈ ਵੀ ਲਿਆ, ਉਹਦੇ ਵਿੱਚੋਂ ਕੀ ਕਰਦੇ ਆ, ਸਟੈਮਨ ਨੂੰ ਰਿਮੂਵ ਕਰ ਲੈਂਦੇ ਆ। ਉਸ ਫਲਾਵਰ ਦੇ ਵਿੱਚੋਂ ਸਟੈਮਨ ਨੂੰ ਰਿਮੂਵ ਕਰ ਲੈਂਦੇ ਆ ਅਤੇ ਸਟੈਮਨ ਨੂੰ ਐਜ਼ ਅ ਫੀਮੇਲ ਫਲਾਵਰ ਯੂਜ਼ ਕਰਦੇ ਆ ਕਿਸੇ ਦੂਸਰੇ ਵਿੱਚ ਪਾਉਣ ਲਈ, ਕਿਸੇ ਦੂਸਰੇ ਵਿੱਚ ਆਰਟੀਫਿਸ਼ੀਅਲ ਪੋਲੀਨੇਸ਼ਨ ਕਰਨ ਲਈ। ਵੀ ਹੁਣ ਇਸ ਪੋਲੀਨੇਸ਼ਨ ਵਿੱਚ ਕੋਈ ਵੇਟ ਨਹੀਂ ਹੋਊਗੀ ਕਿ ਇਨਸੈਕਟ ਕਦੋਂ ਆਵੇ ਜਾਂ ਵਿੰਡ ਕਦੋਂ ਉਹਨੂੰ ਪੈਂਥਰ ਨੂੰ ਮੂਵ ਕਰਵਾਵੇ। ਇਹਦੇ ਵਿੱਚ ਕੀ ਹੈ, ਉਹ ਆਪ ਹੀ ਸਟੈਮਨ ਨੂੰ ਕੱਟਦੇ ਇੱਕ ਪਲਾਂਟ 'ਚੋਂ ਅਤੇ ਦੂਜੇ ਪਲਾਂਟ ਦੇ ਵਿੱਚ ਜਾ ਕੇ ਟਰਾਂਸਫਰ ਕਰ ਆਉਂਦੇ ਆ, ਤਾਂ ਜੋ ਕਿ ਪੋਲੀਨੇਸ਼ਨ ਆਪਣੇ ਆਪ ਹੁੰਦੀ ਰਹੇ, ਠੀਕ ਹੈ। ਤਾਂ ਇਹਦੇ ਵਿੱਚ ਕੀ ਕਰਦੇ ਆ, ਸਟੈਮਨ ਨੂੰ ਇੱਕ ਫਲਾਵਰ ਤੋਂ ਰਿਮੂਵ ਕਰਦੇ ਆ, ਉਹ ਸਟੈਮਨ ਨੂੰ ਆਪਾਂ ਐਜ਼ ਅ ਫੀਮੇਲ ਫਲਾਵਰ ਯੂਜ਼ ਕਰਨਾ ਸ਼ੁਰੂ ਕਰਦੇ ਹਾਂ। ਬਾਅਦ ਵਿੱਚ ਕੀ ਹੁੰਦਾ ਕਿ ਜਿਹੜੇ ਪੋਲਨ ਹੁੰਦੇ ਆ ਉਸ ਇੱਕ ਪਲਾਂਟ ਦੇ, ਉਹਨੂੰ ਦੂਜੇ ਸਿਲੈਕਟਡ ਫਲਾਵਰ ਦੇ ਸਟਿਗਮਾ ਵਿੱਚ ਮਤਲਬ ਕਿ ਉਹ ਟਰਾਂਸਫਰ ਕਰਵਾ ਦਿੰਦੇ ਆ ਕਿ ਜਿਹੜੇ ਆਪਾਂ ਸਟਿਗਮਾ ਆਫ ਦਾ ਸਿਲੈਕਟਡ ਫਲਾਵਰ ਲਏ ਸੀਗੇ, ਠੀਕ ਹੈ, ਜਿਹੜੇ ਆਪਾਂ ਸਟਿਗਮਾ ਯੂਜ਼ ਕੀਤੇ ਹੈ, ਸਟਿਗਮਾ ਆਫ ਸਿਲੈਕਟਡ ਫਲਾਵਰ ਅਤੇ ਪੋਲਨ ਕੋਈ ਇੱਕ ਪਲਾਂਟ ਤੋਂ ਲੈਂਦੇ ਆ, ਉਹਨਾਂ ਨੂੰ ਆਰਟੀਫਿਸ਼ਲੀ ਕੀ ਹੈ ਕੰਬਾਈਨ ਕਰਵਾ ਦਿੰਦੇ ਆ। ਅਤੇ ਇਹਨਾਂ ਜਿਹੜੇ ਪੋਲੀਨੇਟਡ ਫਲਾਵਰਸ ਹੁੰਦੇ ਆ ਨਾ, ਆਹ ਦੇਖੋ, ਜਦੋਂ ਕੀ ਕਰਦੇ ਇੱਕ ਫਲਾਵਰ ਲਿਆ, ਫਲਾਵਰ ਵਿੱਚ ਇੱਕ ਐਂਥਰ ਵੀ ਹੁੰਦਾ, ਇੱਕ ਸਟਿਗਮਾ ਵੀ ਹੈ, ਠੀਕ ਹੈ। ਬਾਅਦ ਵਿੱਚ ਕੀ ਕਰਦੇ ਆ, ਇਸ ਸਟਿਗਮਾ ਨੂੰ ਮਤਲਬ ਕੱਟ ਕਰ ਦਿੰਦੇ ਆ। ਇਮਲਸੀ ਇਹਦੇ ਵਿੱਚ ਆਹ ਪ੍ਰੋਸੈਸ ਵਿੱਚ ਕੀ ਹੋਊਗਾ, ਇਹਦੇ ਵਿੱਚ ਕੋਈ ਵੀ ਫੀਮੇਲ ਜਿਹੜਾ ਫਲਾਵਰ ਹੋਊਗਾ ਜਾਂ ਸਟੈਮਨਸ ਹੋਣਗੇ ਉਹਨਾਂ ਨੂੰ ਰਿਮੂਵ ਕਰ ਲੈਣਗੇ। ਰਿਮੂਵ ਕਰਨ ਤੋਂ ਬਾਅਦ ਕੀ ਹੈ, ਕਿਸੇ ਦੂਜੇ ਦੇ ਵਿੱਚ ਜਾ ਕੇ ਐਂਥਰ ਅਤੇ ਸਟਿਗਮਾ ਨੂੰ ਮਤਲਬ ਮਿਕਸ ਕਰਾ ਦੇਣਗੇ। ਉਸ ਤੋਂ ਬਾਅਦ ਕੀ ਹੈ, ਇਸ ਪੂਰੇ ਜਿਹੜਾ ਫਲਾਵਰ ਜਿਹਦੇ 'ਚ ਆਪਾਂ ਮਤਲਬ ਆਰਟੀਫਿਸ਼ੀਅਲ ਵੇ ਨਾਲ ਐਂਥਰ ਅਤੇ ਸਟਿਗਮਾ ਨੂੰ ਕਰਵਾਇਆ ਸੀ, ਉਹਨੂੰ ਇੱਕ ਮਤਲਬ ਪੋਲੀਥੀਨ ਦੇ ਬੈਗ ਵਿੱਚ ਬੈਗਿੰਗ ਮਤਲਬ ਕਵਰ ਕਰਕੇ ਰੱਖ ਦਿੰਦੇ ਆ, ਤਾਂ ਜੋ ਕਿ ਕੋਈ ਹੁਣ ਐਕਸਟਰਨਲ ਵਿੰਡ ਜਾਂ ਏਅਰ ਵਾਟਰ ਕਰਕੇ ਕੋਈ ਵੀ ਐਕਸਟਰਨਲ ਐਂਥਰ ਟੂ ਸਟਿਗਮਾ ਜਿਹੜਾ ਫਲਾਵਰ ਹੈ ਕੋਈ ਹੋਰ ਪੋਲੀਨੇਸ਼ਨ ਪੋਸੀਬਲ ਹੋ ਸਕੇ। ਤਾਂ ਹੌਲੀ ਹੌਲੀ ਜਦੋਂ ਕਿ ਇਹ ਮੈਚਿਓਰ ਹੋਊਗਾ, ਮੈਚਿਓਰ ਹੋ ਕੇ ਕੀ ਹੈ ਇੱਕ ਸੀਡ ਡਿਵੈਲਪ ਕਰ ਦੂਗਾ ਅਤੇ ਹੌਲੀ ਹੌਲੀ ਪਲਾਂਟ ਬਣਨਾ ਸ਼ੁਰੂ ਹੋ ਜਾਊਗਾ, ਠੀਕ ਹੈ। ਤਾਂ ਇਹਨੂੰ ਬੋਲਦੇ ਹਾਂ ਆਪਾਂ ਆਰਟੀਫਿਸ਼ੀਅਲ ਪੋਲੀਨੇਸ਼ਨ। ਏਮਸ ਕੀ ਆਰਟੀਫਿਸ਼ੀਅਲ ਪੋਲੀਨੇਸ਼ਨ ਦੇ, ਕਿ ਜਿਹੜਾ ਮਤਲਬ ਸੀਡ ਬਣਦਾ ਹੈ ਲਾਸਟ 'ਤੇ ਜਿਹੜਾ ਵੀ ਸੀਡ ਬਣਦਾ ਹੈ ਆਰਟੀਫਿਸ਼ੀਅਲ ਪੋਲੀਨੇਸ਼ਨ ਨਾਲ, ਉਹ ਜਿਹੜਾ ਸੀਡ ਹੁੰਦਾ ਉਹਨੂੰ ਆਪਾਂ ਹਾਈਬ੍ਰਿਡ ਸੀਡ ਬੋਲਦੇ ਹਾਂ। ਹਾਈਬ੍ਰਿਡ ਸੀਡ ਮਤਲਬ ਉਹ ਵਾਲਾ ਸੀਡ ਜਿਹੜਾ ਆਪਾਂ ਆਪਦੀ ਮਤਲਬ ਇੱਛਾ ਦੇ ਅਨੁਸਾਰ ਸੀਡ ਗਰੋ ਕਰਵਾਇਆ, ਉਹ ਹਾਈਬ੍ਰਿਡ ਸੀਡ ਹੈ। ਅਤੇ ਜਿਹੜੇ ਵੀ ਪਲਾਂਟ ਓਬਟੇਨ ਹੁੰਦੇ ਆ ਹਾਈਬ੍ਰਿਡ ਸੀਡ ਤੋਂ ਬਾਅਦ, ਹਾਈਬ੍ਰਿਡ ਸੀਡ ਤੋਂ ਬਾਅਦ ਜਿਹੜਾ ਇੱਕ ਫਰਦਰ ਬਾਅਦ 'ਚੋਂ ਇੱਕ ਪਲਾਂਟ ਗਰੋ ਕਰ ਜਾਂਦਾ ਉਸ ਸੀਡ ਤੋਂ, ਤਾਂ ਉਹਨੂੰ ਆਪਾਂ ਬੋਲਦੇ ਹਾਂ ਹਾਈਬ੍ਰਿਡ ਪਲਾਂਟਸ, ਠੀਕ ਹੈ। ਤਾਂ ਆਰਟੀਫਿਸ਼ੀਅਲ ਪੋਲੀਨੇਸ਼ਨ ਕਾਹਦੇ ਲਈ ਆਪਾਂ ਯੂਜ਼ ਕਰਦੇ ਹਾਂ, ਹਾਈ ਯੀਲਡ ਕੋਈ ਵੈਰਾਈਟੀ ਆਫ ਪਲਾਂਟ ਨੂੰ ਉਗਾਉਣ ਲਈ, ਜਾਂ ਡਿਜ਼ੀਜ਼ ਰੈਜ਼ਿਸਟੈਂਸ ਕਿ ਉਸ ਪਲਾਂਟ ਦੇ ਵਿੱਚ ਡਿਜ਼ੀਜ਼ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ, ਜਿਹੜਾ ਪਲਾਂਟ ਹੈ ਗਰੋ ਕਰਦਾ ਹੈ, ਮੈਚਿਓਰ ਬਹੁਤ ਜਲਦੀ ਮੈਚਿਓਰ ਕਰ ਜਾਂਦਾ, ਬਹੁਤ ਜਲਦੀ ਮਤਲਬ ਕਿ ਵਧ ਜਾਂਦਾ, ਠੀਕ ਹੈ, ਵੱਡਾ ਹੋ ਜਾਂਦਾ ਹੈ। ਅਤੇ ਜਿਹੜਾ ਪਲਾਂਟਸ ਹੈ ਉਹਦੇ ਵਿੱਚ ਫਲਾਵਰ ਅਤੇ ਸੀਡ ਦੀਆਂ ਕੁਆਲਿਟੀ ਵੀ ਬੈਟਰ ਮਿਲਦੀ ਹੈ, ਠੀਕ ਹੈ। ਉਹਦੇ 'ਚ ਨਿਊਟ੍ਰੀਟਿਵ ਵੈਲਿਊਜ਼, ਜਿਹੜੇ ਵੀ ਨਿਊਟ੍ਰੀਸ਼ਨ ਦੀਆਂ ਵੈਲਿਊਜ਼ ਹੈ ਜਾਂ ਪੈਟੇਬਿਲਿਟੀ, ਜੋ ਵੀ ਉਹਨੂੰ ਮਤਲਬ ਕਿ ਅੱਗੇ ਮੈਚਿਓਰ ਹੋਣ ਦੀ ਸਾਰੀ ਅਮਾਊਂਟ ਹੈ ਉਹ ਸਾਰੀ ਵੱਧ ਜਾਂਦੀ ਹੈ, ਕਲੀਅਰ। ਤਾਂ ਨੈਕਸਟ ਕੀ ਆਪਣੇ ਕੋਲ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਮੇਲ ਗੈਮੀਟ ਅਤੇ ਫੀਮੇਲ ਗੈਮੀਟ ਦੋਨੋਂ ਕੀ ਹੈ ਫਿਊਜ਼ ਕਰਦੇ ਆ, ਫਿਊਜ਼ਨ ਹੁੰਦੀ ਹੈ, ਮਿਕਸ ਹੁੰਦੇ ਹੈ, ਤਾਂ ਉਹ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਫਰਟੀਲਾਈਜੇਸ਼ਨ। ਇਹ ਪਲਾਂਟਸ ਬਾਰੇ ਪੜ੍ਹ ਰਹੇ ਹਾਂ ਫਿਲਹਾਲ ਆਪਾਂ ਕਿ ਫਿਊਜ਼ਨ ਆਫ ਮੇਲ ਐਂਡ ਫੀਮੇਲ ਗੈਮੀਟ, ਇਹਨੂੰ ਆਪਾਂ ਬੋਲਦੇ ਹਾਂ ਫਰਟੀਲਾਈਜੇਸ਼ਨ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੁੰਦਾ ਹੈ,
ਔਨ ਰੀਚਿੰਗ ਦਾ ਸਟਿਗਮਾ, ਜਦੋਂ ਪੋਲਨ ਗ੍ਰੇਨਸ ਕੀ ਕਰਦੇ ਆ, ਇਹ ਸਟਿਗਮਾ ਹੁੰਦੇ ਆ ਫਲਾਵਰ 'ਤੇ, ਜਦੋਂ ਪੋਲਨ ਗ੍ਰੇਨਸ ਸਟਿਗਮਾ 'ਤੇ ਆ ਕੇ ਅਟੈਚ ਹੁੰਦੇ ਆ ਨਾ, ਤਾਂ ਪੋਲਨ ਗ੍ਰੇਨਸ ਹੌਲੀ ਹੌਲੀ ਕੀ ਹੈ, ਪੋਲਨ ਟਿਊਬ ਬਣਨੀ ਸ਼ੁਰੂ ਹੋ ਜਾਂਦੀ ਹੈ ਇੱਦਾਂ ਦੀ, ਠੀਕ ਹੈ। ਅਤੇ ਇਹ ਨਾ ਐਕਚੁਅਲੀ ਪੋਲਨ ਗ੍ਰੇਨ ਦੇ ਵਿੱਚ 2 ਮੇਲ ਮਤਲਬ ਕਿ ਪਾਰਟਸ ਹੁੰਦੇ ਆ, ਪੋਲਨ ਗ੍ਰੇਨ ਦੇ ਵਿੱਚ 2 ਮੇਲ ਪਾਰਟਸ ਹੁੰਦੇ ਆ, ਤਾਂ ਉਸ ਓਵਰੀ ਵਿੱਚ ਜਾਂ ਓਵਿਊਲ ਟਿਊਬ ਵਿੱਚ ਵੀ 2 ਮਤਲਬ ਮੇਲ ਪਾਰਟਸ ਹੁੰਦੇ ਆ, ਠੀਕ ਹੈ। ਇਹਨਾਂ ਵਿੱਚੋਂ ਕੀ ਹੋਊਗਾ, ਇੱਕ ਤਾਂ ਮੇਲ ਪਾਰਟ ਹੈ ਜਿਹੜਾ ਉਹ ਫੀਮੇਲ ਪਾਰਟ ਨਾਲ ਕੀ ਹੈ, ਪੋਲੀਨੇਸ਼ਨ ਕਰ ਲੂਗਾ, ਠੀਕ ਹੈ, ਫਿਊਜ਼ ਹੋ ਕੇ ਜ਼ਾਈਗੋਟ ਬਣਾ ਲੂਗਾ, ਅਤੇ ਉਹ ਜ਼ਾਈਗੋਟ ਹੌਲੀ ਹੌਲੀ ਮੂਵ ਕਰਕੇ ਇੱਧਰ ਅੰਦਰ ਚਲਾ ਜਾਂਦਾ ਹੈ। ਅਤੇ ਜਿਹੜਾ ਦੂਜਾ ਇਹ ਬਚ ਜਾਂਦਾ ਮੇਲ ਪਾਰਟ, ਇਹ ਦੂਜਾ ਮੇਲ ਪਾਰਟ ਕੀ ਹੈ, ਸੀਡ ਬਣਾ ਲੈਂਦਾ, ਮਤਲਬ ਪਲਾਂਟ ਨੂੰ ਫੂਡ ਵੀ ਤੁਹਾਨੂੰ ਚਾਹੀਦਾ, ਤਾਂ ਜਿਹੜਾ ਦੂਜਾ ਮੇਲ ਪਾਰਟ ਰਹਿ ਜਾਊਗਾ ਉਹ ਪਲਾਂਟ ਨੂੰ ਮਤਲਬ ਫੂਡ ਗਿਵਨ ਦੇਊਗਾ। ਤਾਂ ਇਹਦੇ ਵਿੱਚ ਕੀ ਹੁੰਦਾ, ਔਨ ਰੀਚਿੰਗ ਦ ਸਟਿਗਮਾ ਦ ਪੋਲਨ ਗ੍ਰੇਨ ਗਰੋਜ਼ ਇਨਟੂ ਅ ਥਿਨ ਪੋਲਨ ਟਿਊਬ, ਜਿਵੇਂ ਜਿਹੜਾ ਪੋਲਨ ਗ੍ਰੇਨ ਹੈ ਸਟਿਗਮਾ ਕੋਲ ਜਾਂਦਾ ਹੈ ਤਾਂ ਇਹ ਪੋਲਨ ਟਿਊਬ ਵਿੱਚ ਕਨਵਰਟ ਹੋ ਜਾਂਦਾ ਹੈ। ਅੱਗੇ ਕੀ ਹੈ, ਇਟ ਐਕਸਟੈਂਡ ਥਰੂ ਦਾ ਸਟਾਈਲ, ਰੀਚਿਜ਼ ਦਾ ਓਵਰੀ ਐਂਡ ਦੈਨ ਐਂਟਰਸ ਦਾ ਓਵਿਊਲ। ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਇਹ ਪੂਰਾ ਪੋਲਨ ਟਿਊਬ ਦੇ ਵਿੱਚੋਂ ਮੇਲ ਗੈਮੀਟ ਫੀਮੇਲ ਗੈਮੀਟ ਨਾਲ ਮਿਕਸ ਹੋ ਕੇ ਬਾਅਦ 'ਚੋਂ ਐਂਟਰ ਕਰਦਾ ਹੈ ਓਵਿਊਲ ਦੇ ਵਿੱਚ, ਆਹ ਵਾਲੀ ਓਵਰੀ ਦੇ ਵਿੱਚ ਐਂਟਰ ਹੋ ਜਾਂਦਾ ਹੈ। ਓਵਰੀ ਵਿੱਚ ਜਦੋਂ ਜਾਂਦਾ ਮੇਲ ਅਤੇ ਫੀਮੇਲ ਗੈਮੀਟ ਮਿਕਸ ਹੋ ਕੇ ਬਣਾ ਲੈਂਦੇ ਆ ਜ਼ਾਈਗੋਟ, ਜ਼ਾਈਗੋਟ ਨਾਲ ਕੀ ਹੁੰਦਾ, ਇੱਕ ਨਿਊ ਪਲਾਂਟ ਕੀ ਗਰੋ ਕਰਦਾ, ਜ਼ਾਈਗੋਟ ਨਾਲ ਇੱਕ ਨਿਊ ਪਲਾਂਟ ਗਰੋ ਕਰ ਗਿਆ, ਅਤੇ ਜਿਹੜਾ ਇੱਕ ਐਕਸਟਰਾ ਵਾਲਾ ਮੇਲ ਪਾਰਟ ਪਿਆ ਸੀਗਾ ਇਹਦੇ ਨਾਲ ਕੀ ਹੈ, ਸੀਡ ਜਨਰੇਟ ਹੋ ਜਾਂਦਾ। ਸੀਡ ਜਨਰੇਟ ਮਤਲਬ ਜੋ ਵੀ ਖਾਣਾ ਹੁਣ ਬਣਿਆ ਉਹ ਪਲਾਂਟ ਫਿਰ ਕੀ ਹੈ, ਯੂਜ਼ ਕਰ ਸਕਦਾ। ਤਾਂ ਨੈਕਸਟ ਆ ਗਿਆ ਆਪਣੇ ਕੋਲ ਚੇਂਜਿਸ ਇਨ ਫਲਾਵਰ ਆਫਟਰ ਫਰਟੀਲਾਈਜੇਸ਼ਨ। ਜਦੋਂ ਹੁਣ ਇਹ ਫਰਟੀਲਾਈਜੇਸ਼ਨ ਹੋ ਜਾਂਦੀ ਹੈ, ਮੇਲ ਅਤੇ ਫੀਮੇਲ ਗੈਮੀਟ ਫਿਊਜ਼ ਕਰ ਜਾਂਦੇ ਹੈ, ਤਾਂ ਜਿਹੜਾ ਫਰਟੀਲਾਈਜ਼ਡ ਓਵਮ ਹੈ ਇਹਦੇ ਵਿੱਚ ਕੀ ਹੁੰਦਾ, ਜਿਹੜਾ ਜ਼ਾਈਗੋਟ ਹੈ, ਆਹ ਵਾਲਾ ਜਿਹੜਾ ਜ਼ਾਈਗੋਟ ਹੁੰਦਾ ਇਹ ਹੌਲੀ ਹੌਲੀ ਕੀ ਹੈ, ਐਂਬਰੀਓ ਦੇ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਜਾਂਦਾ। ਐਂਬਰੀਓ ਮਤਲਬ ਕਿ ਅੱਗੇ ਫਰਦਰ ਸਟੇਜ ਆਫ ਜ਼ਾਈਗੋਟ। ਜਿਹੜਾ ਅਵਿਊਲ ਹੈ, ਜਿਹੜਾ ਇੱਕ ਐਕਸਟਰਾ ਬਚ ਗਿਆ ਸੀਗਾ ਉਹ ਸੀਡ ਵਿੱਚ ਕਨਵਰਟ ਹੋ ਜਾਂਦਾ ਹੈ, ਅਤੇ ਜਿਹੜੀ ਓਵਰੀ ਹੈ, ਓਵਰੀ ਮਤਲਬ ਜਿਹੜਾ ਮੇਲ ਅਤੇ ਫੀਮੇਲ ਗੈਮੀਟ ਮਿਕਸ ਹੋ ਗਏ ਸੀ ਉਹਨਾਂ ਨੇ ਕੀ ਬਣਾ ਦੇਣਾ, ਇੱਕ ਫਰੂਟ ਬਣਾ ਦੇਣਾ, ਠੀਕ ਹੈ। ਬਾਕੀ ਜਿਹੜੇ ਹੋਰ ਪਾਰਟਸ ਜਿਵੇਂ ਸੈਪਲਸ ਪੈਟਲਸ ਜੋ ਵੀ ਪੱਤੀਆਂ ਵਗੈਰਾ ਲੱਗੀਆਂ ਹੋਣਗੀਆਂ, ਕੁਛ ਕੁ ਪਲਾਂਟਸ ਵਿੱਚ ਤਾਂ ਪੱਤੀਆਂ ਮਤਲਬ ਫਾਲ ਆਫ ਹੋ ਜਾਂਦੀਆਂ, ਬਟ ਕੁਛ ਕੁ ਪਲਾਂਟਸ ਜਿਵੇਂ ਕਿ ਟੋਮੈਟੋ ਚਿੱਲੀ ਇਹਨਾਂ ਪਲਾਂਟਸ ਵਿੱਚੋਂ ਪੱਤੀਆਂ ਨਹੀਂ ਡਿੱਗਦੀਆਂ ਹੁੰਦੀਆਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਫਰੂਟ। ਹੁਣ ਫਰੂਟ ਤਾਂ ਆਪਾਂ ਪੜ੍ਹ ਹੀ ਲਿਆ ਕਿ ਜਦੋਂ ਮੇਲ ਅਤੇ ਫੀਮੇਲ ਗੈਮੀਟ ਪਲਾਂਟਸ ਦੋਨੋਂ ਫਿਊਜ਼ ਹੁੰਦੇ ਆ, ਫਿਊਜ਼ਨ ਹੁੰਦੀ ਹੈ, ਫਿਊਜ਼ਨ ਹੋਣ 'ਤੇ ਉਹ ਜ਼ਾਈਗੋਟ ਬਣਾਉਂਦੇ ਆ, ਅਤੇ ਜ਼ਾਈਗੋਟ ਤੋਂ ਬਾਅਦ ਉਹ ਐਂਬਰੀਓ ਬਣਾਉਂਦੇ ਆ। ਐਂਬਰੀਓ ਬਣਾਉਣ ਤੋਂ ਬਾਅਦ ਹੌਲੀ ਹੌਲੀ ਡਿਵੈਲਪ ਹੋ ਕੇ ਉਹ ਕਾਹਦੇ ਵਿੱਚ ਬਣ ਜਾਂਦਾ, ਫਰੂਟ ਵਿੱਚ ਬਣ ਜਾਂਦਾ। ਮਤਲਬ ਫਰੂਟ ਇੱਕ ਐਕਚੁਅਲੀ ਰਾਈਪੈਂਡ ਓਵਰੀ ਹੈ, ਵੀ ਓਵਰੀ ਦੇ ਵਿੱਚ ਜੋ ਵੀ ਪੂਰਾ ਪ੍ਰੋਸੈਸ ਹੋਇਆ ਸੀ ਰਾਈਪੈਂਡ ਓਵਰੀ, ਉਸ ਤੋਂ ਬਾਅਦ ਉਹ ਫਰੂਟ ਬਣਾਉਂਦੀ ਹੈ। ਐਂਡ ਦ ਸੀਡ ਬੇਅਰਿੰਗ ਸਟਰਕਚਰ ਆਫ ਫਲਾਵਰਿੰਗ ਪਲਾਂਟ, ਇਹਦੇ ਵਿੱਚ ਕੀ ਹੁੰਦਾ, ਫਰੂਟ ਵਿੱਚ ਇੱਕ ਸੈਂਟਰ 'ਚ ਸੀਡ ਲੱਗਾ ਹੁੰਦਾ, ਸੀਡ ਦੇ ਆਸੇ ਪਾਸੇ ਇੱਕ ਕੀ ਹੈ, ਮਤਲਬ ਇੱਕ ਸਟਰਕਚਰ ਕੋਈ ਲੱਗਿਆ ਹੁੰਦਾ, ਇੱਕ ਹਾਰਡ ਵੀ ਹੋ ਸਕਦੀ ਹੈ, ਉਹ ਫਲੈਸ਼ੀ ਵੀ ਹੋ ਸਕਦੀ ਹੈ, ਠੀਕ ਹੈ। ਤਾਂ ਫਰੂਟ ਵਿੱਚ ਕੀ ਹੈ, ਜਿਹੜੀ ਫਰੂਟ ਦੀ ਆਸੇ ਪਾਸੇ ਵਾਲੀ ਵਾਲ ਹੁੰਦੀ ਹੈ ਉਹਨੂੰ ਪੈਰੀਕਾਰਪ ਬੋਲਦੇ ਆ, ਠੀਕ ਹੈ। ਫਰੂਟ ਦੀ ਵਾਲ ਨੂੰ ਜਿਹੜਾ ਉੱਪਰ ਆਸੇ ਪਾਸੇ ਫਰੂਟ ਵਾਲ ਲੱਗੀ ਹੁੰਦੀ ਹੈ ਉਹ ਪੈਰੀਕਾਰਪ ਹੁੰਦੀ ਹੈ। ਜਿਵੇਂ ਮੰਨ ਲਓ ਮੈਂਗੋ ਹੀ ਹੈ, ਮੈਂਗੋ ਦੇ ਸੈਂਟਰ 'ਚ ਸੀਡ ਹੁੰਦਾ, ਉੱਪਰ ਉਹਦੇ ਇੱਕ ਵਾਲ ਲੱਗੀ ਹੁੰਦੀ ਹੈ, ਉਹਨੂੰ ਪੈਰੀਕਾਰਪ ਦੀ ਵਾਲ ਬੋਲਣਾ, ਠੀਕ ਹੈ। ਹੁਣ ਜਿਹੜਾ ਫਰੂਟ ਹੈ, ਫਰੂਟ ਫਲੈਸ਼ੀ ਅਤੇ ਜੂਸੀ ਵੀ ਹੋ ਸਕਦਾ, ਡਰਾਈ ਸਟੋਨੀ ਐਂਡ ਹਾਰਡ ਵੀ ਹੋ ਸਕਦਾ ਹੈ। ਡਿਫਰੈਂਸ ਕੀ ਹੈ ਦੇਖੋ, ਫਲੈਸ਼ੀ ਐਂਡ ਜੂਸੀ ਫੋਰ ਐਗਜ਼ਾਮਪਲ ਲੈ ਲਓ ਮੈਂਗੋ ਵਿੱਚ ਕੀ ਹੁੰਦਾ, ਉੱਪਰ ਦਾ ਜਿਹੜਾ ਸਟਰਕਚਰ ਹੁੰਦਾ ਯੈਲੋ ਪਾਰਟ ਹੁੰਦਾ, ਬੜਾ ਮਤਲਬ ਪਤਲਾ ਜਿਹਾ ਹੁੰਦਾ ਨਾ, ਅਤੇ ਅੰਦਰੋਂ ਵੀ ਬੜਾ ਪਤਲਾ ਜਿਹਾ ਹੁੰਦਾ, ਤਾਂ ਉਹਨੂੰ ਆਪਾਂ ਫਲੈਸ਼ੀ ਐਂਡ ਜੂਸੀ ਬੋਲਦੇ ਹੁੰਦੇ ਹਾਂ। ਹਾਰਡ ਐਂਡ ਸਟੋਨੀ ਫੋਰ ਐਗਜ਼ਾਮਪਲ ਤੁਸੀਂ ਲਾ ਲਓ ਵਾਲਨਟ ਆਪਣੇ ਕੋਲ, ਅਖਰੋਟ ਹੈ ਜਾਂ ਕੋਈ ਵੀ ਇੱਦਾਂ ਦੀ ਚੀਜ਼ ਹੈ, ਉਹਦੇ ਵਿੱਚ ਕੀ ਹੋਊਗਾ, ਅਖਰੋਟ ਵਿੱਚ ਗਿਰੀ ਅੰਦਰ ਹੁੰਦੀ ਹੈ ਅਤੇ ਬਹੁਤ ਹਾਰਡ ਸ਼ੈੱਲ ਕੀ ਹੈ ਬਾਹਰ ਲੱਗੀ ਹੁੰਦੀ ਹੈ, ਤਾਂ ਉਹ ਫਰੂਟ ਨੂੰ ਆਪਾਂ ਬੋਲਣਾ ਹੁੰਦਾ ਡਰਾਈ ਸਟੋਨੀ ਐਂਡ ਹਾਰਡ ਸੀਡ ਵਾਲੀ ਫਰੂਟ ਆ ਉਹ, ਠੀਕ ਹੈ। ਮੈਂਗੋ ਐਪਲ ਔਰੇਂਜ ਇਹ ਸਾਰੇ ਫਲੈਸ਼ੀ ਫਰੂਟ ਹੈ, ਵੇਅਰਐਜ਼ ਗ੍ਰਾਮ ਵੀਟ ਰਾਈਸ ਮੇਜ਼ ਇਹ ਸਾਰੇ ਡਰਾਈ ਫਰੂਟਸ ਹੁੰਦੇ ਆ, ਆਲਮੰਡਸ ਵਾਲਨਟ ਇਹ ਸਾਰੇ ਆਪਣੇ ਕੋਲ ਕਿਹੜੇ ਹੁੰਦੇ, ਸਟੋਨੀ ਐਂਡ ਹਾਰਡ ਫਰੂਟਸ, ਠੀਕ ਹੈ।